ਜਿਹੜੇ ਆਪਾਂ ਇੱਥੇ ਅੱਜ ਚੈੱਕ ਵੰਡੇ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਦੋਸਤੋ? ਚੈੱਕ ਜਿਹੜੇ ਅੱਜ ਵੰਡੇ ਆ 12.5 ਕਰੋੜ ਰੁਪਏ ਦੇ ਵੰਡੇ ਗਏ ਆ। ਇਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਦੀ ਸਰਕਾਰ ਕਾਂਗਰਸ ਪਾਰਟੀ ਹੋਣ 'ਚ ਆਈ ਆ, ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਪੇਂਡੂ ਵਿਕਾਸ ਮੰਤਰੀ ਡਾਕਟਰ ਰਜਿੰਦਰ ਸਿੰਘ ਜੀ ਬਾਜਵਾ ਸਾਹਿਬ ਵੱਲੋਂ ਬਹੁਤ ਹੀ ਜਿਹੜਾ ਪਿੰਡਾਂ ਨੂੰ ਅੱਗੇ ਲਿਜਾਇਆ ਜਾ ਰਿਹਾ, ਪਿੰਡਾਂ ਲਈ ਖਾਸ ਖਿਆਲ ਰੱਖਿਆ ਜਾ ਰਿਹਾ ਤਾਂ ਕਿ ਜਿਹੜਾ ਪਿੰਡਾਂ ਨੂੰ ਇੱਕ ਸ਼ਹਿਰਾਂ ਵਰਗਾ ਮਾਹੌਲ ਬਣਾਇਆ ਜਾਵੇ। ਟੋਟਲ ਬਾਈ ਜੀ ਕਿੰਨੀ ਗ੍ਰਾਂਟ ਆਈ ਟੋਟਲ? ਅੱਜ 12.5 ਕਰੋੜ ਦੇ ਹੀ ਇੱਕ ਬਣਦੇ। ਇਸ ਤੋਂ ਪਹਿਲਾਂ ਬੜਾ ਪੈਸਾ ਆਈ ਜਾਂਦਾ, ਪਰ ਨਾਲ ਦੀ ਨਾਲ ਜਿਹੜੇ ਆ ਪੰਚਾਇਤਾਂ ਵੀ ਇੱਕ ਬੜੇ ਸੁਚੱਜੇ ਢੰਗ ਦੇ ਨਾਲ ਜਿਹੜੀਆਂ ਹੈਗਾ ਪੈਸੇ ਦੀ ਵਰਤੋਂ ਕਰ ਰਹੀਆਂ ਤੇ ਬਹੁਤ ਸੋਹਣੇ ਕੰਮ ਜਿਹੜੇ ਆ ਸਾਰੇ ਹਲਕੇ ਦੇ ਵਿੱਚ ਚੱਲ ਰਹੇ। ਠੀਕ ਹੈ। ਜਿਵੇਂ ਸਾਡੀ ਪੰਜਾਬ ਸਰਕਾਰ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਤੇ ਉਹਨਾਂ ਦੀ ਸਮੁੱਚੀ ਟੀਮ, ਮੰਤਰੀ ਸਾਹਿਬ, ਐਮਐਲਏ ਸਾਹਿਬਾਨ, ਜਿਵੇਂ ਸ਼ਹਿਰਾਂ ਦੇ ਵਿੱਚ ਵਿਕਾਸ ਕਾਰਜ ਹੋ ਰਹੇ ਆ, ਉੱਥੇ ਪਿੰਡਾਂ ਨੂੰ ਵੀ ਪਿੱਛੇ ਨਹੀਂ ਰੱਖਿਆ ਗਿਆ। ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਵਾਲੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ। ਜਿਵੇਂ ਮੈਂ ਗੱਲ ਕਰਾਂ ਸਕੂਲਾਂ ਦੀ, ਪਹਿਲਾ ਸਮਾਂ ਜਿਹੜੇ ਸਕੂਲ ਹੁੰਦੇ ਸੀ, ਸਕੂਲਾਂ ਦੀਆਂ ਬਿਲਡਿੰਗਾਂ ਬਹੁਤ ਮਾੜੀਆਂ ਸੀ, ਉਹੀ ਪੁਰਾਣਾ ਜਿਹੜਾ ਹੁੰਦਾ ਸੀ ਕਲਚਰ ਥੱਲੇ ਬਹਿਣ ਵਾਲਾ। ਅੱਜ ਜਿਹੜੇ ਸਕੂਲ ਆ ਸਾਡੀ ਸਰਕਾਰ ਨੇ ਉਹ ਸਮਾਰਟ ਸਕੂਲ ਬਣਾ ਦਿੱਤੇ ਆ, ਉਹ ਜਿਹੜੇ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਬਣ ਚੁੱਕੇ ਨੇ। ਉਸੇ ਤਰ੍ਹਾਂ ਪਿੰਡਾਂ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਸੀਵਰੇਜ ਦਾ ਕੰਮ ਚੱਲ ਰਿਹਾ, ਜ਼ਿਆਦਾਤਰ ਪਿੰਡਾਂ ਵਿੱਚ ਹੋ ਗਿਆ, ਬਹੁਤ ਪਿੰਡਾਂ ਵਿੱਚ ਚੱਲ ਰਿਹਾ, ਜਿਵੇਂ ਸਾਰੇ ਪਿੰਡਾਂ ਵਿੱਚ ਚੱਲ ਰਿਹਾ, ਬੜੇ ਵਧੀਆ ਢੰਗ ਨਾਲ ਚੱਲ ਰਿਹਾ। ਸਾਰੇ ਪਿੰਡਾਂ ਵਿੱਚ ਇੰਟਰਲੌਕ ਲੱਗ ਰਹੀ ਆ। ਇਸ ਕਰਕੇ ਇਹ ਸਾਰੇ ਸਾਡੇ ਐਮਐਲਏ ਸਾਹਿਬ ਔਰ ਉਹਨਾਂ ਦੀ ਸਮੁੱਚੀ ਟੀਮ ਦਾ ਇਹ ਸਿਰਾ ਜਾਂਦਾ। ਉੱਥੇ ਹੀ ਪਿੰਡਾਂ ਵਿੱਚ ਇੱਕ ਬੜੀ ਵੱਡੀ ਸਮੱਸਿਆ ਛੱਪੜਾਂ ਦੀ ਹੁੰਦੀ ਸੀਗੀ। ਉਹਨਾਂ ਦੇ ਜਿਹੜਾ ਛੱਪੜਾਂ ਦਾ ਕੰਮ ਵੀ ਤਕਰੀਬਨ ਜ਼ਿਆਦਾਤਰ ਪਿੰਡਾਂ ਦੇ ਵਿੱਚ ਜਿਹੜੇ ਛੱਪੜ ਪਿੰਡ ਦੇ ਵਿੱਚ ਸੀਗੇ, ਆਬਾਦੀ ਦੇ ਵਿੱਚ ਆ ਗਈ ਸੀਗੀ। ਸਾਡੇ ਖਾਸ ਕਰਕੇ ਮਾਲਵੇ ਦੇ ਵਿੱਚ ਵੱਡੇ ਪਿੰਡਾਂ ਵਿੱਚ ਇਹ ਬੜੀ ਵੱਡੀ ਦਿੱਕਤ ਸੀਗੀ। ਤੁਸੀਂ ਜਲਾਲਾਬਾਦ ਦੀ ਗੱਲ ਕਰ ਲਓ, ਭਿੰਡਰ ਕਲਾਂ ਦੀ ਗੱਲ ਕਰ ਲਓ, ਸਾਰੇ ਪਿੰਡਾਂ ਵਿੱਚ ਹੀ ਸੀ। ਹੁਣ ਉਹ ਸਾਰੇ ਜਿਹੜੇ ਛੱਪੜ ਆ ਮਤਲਬ ਪਾਈਪਲਾਈਨਾਂ ਪਾ ਕੇ ਸਾਰੇ ਛੱਪੜ ਦਾ ਨਵੀਨੀਕਰਨ ਕਰਕੇ ਉਹ ਬਾਹਰ ਕੱਢ ਦਿੱਤੇ ਆ। ਸਟਰੀਟ ਲਾਈਟਾਂ ਦਾ ਕੰਮ ਵੀ ਚੱਲ ਰਿਹਾ। ਇਸ ਕਰਕੇ ਹੁਣ ਅੱਗੇ ਵੀ ਜਿਹੜੀਆਂ ਥੋੜੇ ਦਿਨ ਹੋਏ ਉਹਦੇ ਵੀ 6-7 ਕਰੋੜ ਦੇ ਲਾਗੇ ਜਿਹੜੇ ਚੈੱਕ ਸੀਗੇ ਐਮਐਲਏ ਸਾਹਿਬ ਨੇ, ਉਹਦਾ ਜਿਹੜਾ ਗ੍ਰਾਂਟ ਮਾਤਰ ਦਾ ਜਿਹੜਾ ਮੰਤਵ ਆ ਉਹ ਲੈ ਕੇ ਚੱਲੋ ਨਾਲ। ਉਸ ਤੋਂ ਬਾਅਦ ਯੂਸੀ ਸਰਟੀਫਿਕੇਟ ਹੁੰਦਾ। ਮੈਂ ਵੇਖਣਾ ਪਿਛਲੀਆਂ ਪ੍ਰੋਜੈਕਟਾਂ ਦੇ ਯੂਸੀ ਸਰਟੀਫਿਕੇਟ ਹਜੇ ਤੱਕ ਆਉਂਦੇ ਫਿਰਦੇ ਆ। ਯੂਸੀ ਸਰਟੀਫਿਕੇਟ ਲੈਣਾ ਨਾ ਭੁੱਲਿਓ। ਇਹ ਮੇਰੀ ਸਰਪੰਚਾਂ ਨੂੰ ਵੀ ਬੇਨਤੀ ਆ ਔਰ ਮੈਂ ਸੈਕਟਰੀ ਸਾਹਿਬਾਨ ਨੂੰ ਸਾਰਿਆਂ ਨੂੰ ਬੇਨਤੀ ਕਰਦਾ। ਇਸ ਕਰਕੇ ਹੁਣ ਮੇਰੇ ਤੋਂ ਬਾਅਦ ਹੋਰ ਬੜੇ ਬੁਲਾਰਿਆਂ ਨੇ ਬੋਲਣਾ, ਮੈਂ ਇੰਨੇ ਕੁ ਸ਼ਬਦਾਂ ਨਾਲ ਆਪਣਾ ਸਥਾਨ ਲੈਣਾ। ਵਾਹਿਗੁਰੂ ਜੀ ਕਾ। ਉਸੇ ਲੜੀ ਦੇ ਤਹਿਤ ਆਪਾਂ ਨੂੰ ਦੁਬਾਰਾ ਪਿੰਡਾਂ ਦੇ ਵਿਕਾਸ ਸ਼ੁਰੂ ਕਰਨ ਵਾਸਤੇ ਐਮਐਲਏ ਸਾਹਿਬ ਵੱਲੋਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ, ਚੈੱਕ ਦਿੱਤੇ ਜਾ ਰਹੇ ਆ। ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਕਿਉਂਕਿ ਪਿਛਲੇ ਸਮੇਂ ਸਰਕਾਰਾਂ ਦੇ ਵਿੱਚ ਬਹੁਤ ਦੁਹਾਈ ਪਾਈ ਗਈ, ਅਖਬਾਰਾਂ ਦੇ ਵਿੱਚ ਬਹੁਤ ਦੁਹਾਈ ਪਈ ਗਈ ਕਿ ਸਾਡੇ ਧਰਮਪੁਰ ਹਲਕੇ ਦੇ ਵਿਕਾਸ ਦੇ ਬਹੁਤ ਕੰਮ ਹੋਏ ਆ। ਪਰ ਹੁਣ ਤੁਸੀਂ ਉਹਨਾਂ ਪਿੰਡਾਂ ਦੇ ਸਰਪੰਚ ਹੋ, ਤੁਸੀਂ ਉੱਥੇ ਉਦੋਂ ਦੇ ਕੰਮ ਦਾ ਕੰਪੈਰੀਜ਼ਨ ਕਰ ਲਓ ਤੇ ਜਿਹੜਾ ਹੁਣ ਕੰਮ ਹੋ ਰਿਹਾ ਆਪਾਂ ਉਸ ਦਾ ਕੰਪੈਰੀਜ਼ਨ ਕਰ ਲਈਏ ਤਾਂ ਜਿਵੇਂ ਭਾਈ ਭੋਲਾ ਜੀ ਨੇ ਸਾਡੇ ਚੇਅਰਮੈਨ ਸਾਹਿਬ ਨੇ ਕਿਹਾ ਵੀ ਜਿਵੇਂ ਮਰਜ਼ੀ ਸਾਡੇ ਨਾਲ ਡਿਬੇਟ ਕਰ ਸਕਦੇ ਆ ਵੀ ਅਸੀਂ ਪਹਿਲਾਂ ਵਿਕਾਸ ਵੱਧ ਹੋਇਆ ਕਿ ਹੁਣ ਹੋਇਆ। ਕੱਲੀਆਂ ਗ੍ਰਾਂਟਾਂ ਦੇ ਨਾਲ ਵਿਕਾਸ ਨਹੀਂ ਹੁੰਦਾ ਜੇ ਆਪਾਂ ਉਹਦਾ ਧਿਆਨ ਨਹੀਂ ਰੱਖਦੇ। ਜੇ ਸਾਡੀਆਂ ਪੰਚਾਇਤਾਂ ਜਾਂ ਸਾਡੇ ਸਰਪੰਚ ਵਿਕਾਸ ਨਹੀਂ ਕਰਦੇ ਜਾਂ ਉਹ ਸ਼ੌਂਕ ਨਹੀਂ ਰੱਖਦੇ ਵੀ ਅਸੀਂ ਪਿੰਡ ਦਾ ਕੁਝ ਕਰਨਾ, ਕਿਉਂਕਿ ਜੇ ਸਾਡੇ ਲੀਡਰ ਸਾਹਿਬਾਨ ਇਹ ਚੀਜ਼ ਦਾ ਸ਼ੌਂਕ ਰੱਖਦੇ ਆ ਤਾਂ ਸਾਨੂੰ ਵੀ ਗਾਂ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਸਾਨੂੰ ਇੰਨੀ ਗ੍ਰਾਂਟ ਲੈ ਕੇ ਦਿੱਤੀ ਹੈ ਤੇ ਅਸੀਂ ਪਿੰਡਾਂ ਨੂੰ ਮੂੰਹ ਬੋਲਦਾ ਕਰ ਦਈਏ ਵੀ ਹਾਂ ਪੈਸੇ ਆਇਸ ਤੇ ਲੱਗੇ ਵੀ ਹੈ। ਜਿਸ ਚੀਜ਼ ਦਾ ਸਾਡੇ ਐਮਐਲਏ ਸਾਹਿਬ ਧਿਆਨ ਵੀ ਰੱਖਦੇ ਆ ਤੇ ਅੱਜ ਪਿੰਡਾਂ ਦੇ ਵਿੱਚ ਕੰਮ ਬੋਲਦੇ ਵੀ ਹੈ। ਇਹ ਨਹੀਂ ਇਕੱਲੀ ਗੱਲ ਵੀ ਗ੍ਰਾਂਟ ਸਾਹਿਬ ਦੀ ਰਹਿਨੁਮਾਈ ਤਹਿਤ 2 ਮਿੰਟ ਲਈ ਜਿਹੜਾ ਵਿਕਾਸ ਦੇ ਕੰਮਾਂ ਤੇ ਜੋ ਹੈ ਪੰਛੀ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਵੀਡੀਓ ਸਾਹਿਬ ਦੇ ਬਿਹਾਰ ਤੇ ਆਪ ਜੀ ਨੂੰ ਇਹੀ ਦੱਸਣਾ ਚਾਹੁੰਦਾ
ਕਿ ਮਾਨਯੋਗ ਐਮਐਲਏ ਸਾਹਿਬ ਵਧੀਆ ਜਿਹੜੀ ਗੱਲ ਹੈ, ਸਰਪੰਚਾਂ ਨੂੰ, ਪੰਚਾਇਤ ਸੈਕਟਰੀਆਂ ਨੂੰ ਤੇ ਸਾਡੇ ਦਫ਼ਤਰ ਨੂੰ ਇੱਕ ਸੁਨੇਹਾ ਲਾਇਆ, ਜਿੱਥੇ ਤੁਸੀਂ ਗ੍ਰਾਂਟਾਂ ਖਰਚ ਕਰਨੀਆਂ ਨੇ, ਖਰਚ ਕਰਨ ਦੇ ਨਾਲ ਨਾਲ ਹੀ ਤੁਸੀਂ ਗ੍ਰਾਂਟਾਂ ਨੇ ਜਿਹੜੀਆਂ ਇਹਨਾਂ ਦਾ ਯੂਸੀ ਵਰਤੋਂ ਸਰਟੀਫਿਕੇਟ ਜਿਹੜਾ ਹੈ ਉਹ ਜ਼ਰੂਰ ਕਢਵਾਇਆ ਜਾਵੇ ਤੇ ਸਮਾਂ ਰਹਿੰਦਿਆਂ ਕਢਵਾਇਆ ਜਾਵੇ, ਉਹ ਤਾਂ ਜੋ ਕਿ ਉਸ ਤੋਂ ਅਗਲੀ ਕਿਸ਼ਤ ਹੈ ਇਹ ਹੁਣ ਜੇ 12 ਕਰੋੜ 52 ਲੱਖ ਰੁਪਈਆ ਅੱਜ ਆਪਾਂ ਤਕਸੀਮ ਕਰਨਾ, ਐਮਐਲਏ ਸਾਹਿਬ ਨੇ ਤਕਸੀਮ ਕਰਨਾ, ਤਾਂ ਜੇਕਰ ਇਹ ਆਪਾਂ ਜਲਦੀ ਤੋਂ ਜਲਦੀ ਖਰਚ ਕਰਾਂਗੇ ਤਾਂ ਇਸ ਤੋਂ ਅਗਲੀਆਂ ਵੀ ਜਿਹੜੀਆਂ ਨੇ, ਇਸ ਤੋਂ ਅੱਗੇ ਕਿਸ਼ਤਾਂ ਨੇ, ਉਹ ਵੀ ਆਪਾਂ ਨੂੰ ਜਲਦੀ ਮਿਲਣਗੀਆਂ। ਇਸ ਤੋਂ ਬਾਅਦ ਮੈਂ ਸ਼ਿਵਾਸ ਸਿੰਘ ਭੋਲਾ ਜੀ ਬੇਨਤੀ ਕਰਾਂ ਕਿ ਆਪਣੇ ਮੈਂਬਰ ਹੈ, ਜਿਹੜੇ ਮੈਂਬਰ ਸਾਹਿਬਾਨ ਜਿਸ ਤਰ੍ਹਾਂ ਆਪਣੇ ਘਰੇ ਆਪਣੇ ਜੀ ਨੇ, ਉਸ ਤਰ੍ਹਾਂ ਹੀ ਆਪਣੀ ਜਿਹੜੀ ਵਾਰਡ ਹੈ, ਵਾਰਡ ਦੇ ਵਿੱਚ ਜਿੰਨੇ ਵੀ ਆਪਣੇ ਘਰ ਪੈਂਦੇ ਨੇ ਉਹ ਆਪਣੇ ਜੀਆਂ ਤਰ੍ਹਾਂ ਸਮਝ ਕੇ ਵੱਖ-ਵੱਖ ਗ੍ਰਾਮ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਤਕਸੀਮ ਕਰਨ ਦੇ ਲਈ ਸਾਡੇ ਵਿਚਕਾਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਰਜੀਤ ਸਿੰਘ ਜੀ ਲੋਹਗੜ ਐਮਐਲਏ ਸਾਹਿਬ, ਉਹਨਾਂ ਦੇ ਨਾਲ ਸਰਦਾਰ ਪ੍ਰਿਤਪਾਲ ਸਿੰਘ ਜੀ ਚੇਅਰਮੈਨ ਬਲਾਕ ਸਮਿਤੀ, ਸੋਢੀ ਸਾਹਿਬ ਸਾਡੇ ਬੀਡੀਪੀਓ ਸਾਹਿਬ, ਔਰ ਨਾਲ ਬੈਠੇ ਸਰਦਾਰ ਕੁਲਵੀਰ ਸਿੰਘ ਜੀ ਕੋਗਾ, ਅਮਰਜੀਤ ਸਿੰਘ ਜੀ ਬਿੱਟੂ ਬੀਜਾਪੁਰ, ਸਰਦਾਰ ਕੁਲਵੀਰ ਸਿੰਘ ਜੀ ਲੌਂਗੀਵਿੰਡ, ਚੇਅਰਮੈਨ ਸਾਹਿਬ ਅਮਰਦੀਪ ਸਿੰਘ ਬਨਾਵਾ, ਹੋਰ ਮੇਰੇ ਜਿੰਨੇ ਵੀ ਬਹੁਤ ਹੀ ਸਤਿਕਾਰਯੋਗ ਸਾਡੀਆਂ ਭੈਣਾਂ, ਮੇਰੇ ਵੀਰ, ਸਾਡੇ ਬਜ਼ੁਰਗ, ਵੱਖ-ਵੱਖ ਪਿੰਡਾਂ ਚੋਂ ਆਏ ਹੋਏ ਮੈਂਬਰ ਪੰਚਾਇਤ, ਉਹਨਾਂ ਦੇ ਨਾਲ ਸਰਪੰਚ ਸਾਹਿਬਾਨ, ਬਲਾਕ ਸਮਿਤੀ ਦੇ ਮੈਂਬਰ ਸਾਹਿਬਾਨ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਵੱਡੇ ਵੀਰ ਪ੍ਰਿਤਪਾਲ ਸਿੰਘ ਹਰਾਂ ਨੇ ਬੜੇ ਵਿਸਥਾਰ ਸਹਿਤ ਆਪ ਨੂੰ ਦੱਸਿਆ ਹੈ। ਇਸੇ ਤਰ੍ਹਾਂ ਹੀ ਸਾਡੇ ਸਰਦਾਰ ਗੁਰਭੇਜ ਸਿੰਘ ਜੀ ਏਪੀਓ ਸਾਹਿਬ, ਉਹਨਾਂ ਨੇ ਪਿੰਡਾਂ ਦੇ ਵਿੱਚ ਹੋ ਰਹੇ ਕੰਮਾਂ ਬਾਰੇ ਔਰ ਜੋ ਇਹ ਪੰਜਾਬ ਸਰਕਾਰ ਵੱਲੋਂ ਆਪਾਂ ਸਰਕਾਰ ਦੇ ਸਹੂਲਤ ਲਈ ਭੇਜਿਆ ਸੀ ਲੋਹਗੜ੍ਹ ਸਾਹਿਬ ਹਰਾਂ ਨੂੰ, ਔਰ ਉਹਨਾਂ ਦੀ ਅਗਵਾਈ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਹਰੇਕ ਪੱਖ ਤੋਂ, ਚਾਹੇ ਉਹ ਨਗਰ ਕੌਂਸਲਾਂ ਦੀ ਗੱਲ ਕਰ ਲਈਏ, ਚਾਹੇ ਉਹ ਆਪਾਂ ਪਿੰਡਾਂ ਦੇ ਵਿੱਚ ਪੰਚਾਇਤਾਂ ਦੀ ਗੱਲ ਕਰ ਲਈਏ, ਚਾਹੇ ਉਹ ਮਾਰਕੀਟ ਕਮੇਟੀਆਂ ਦੇ ਅਧੀਨ ਆਉਂਦੀਆਂ ਮੰਡੀਆਂ ਦੀ ਗੱਲ ਕਰ ਲਈਏ, ਹਰੇਕ ਪੱਖ ਤੋਂ ਜੋ ਵਿਕਾਸ ਹੋ ਰਿਹਾ ਤੁਹਾਡੇ ਸਭ ਦੇ ਸਾਹਮਣੇ ਆ। ਤੁਸੀਂ ਸਾਰਿਆਂ ਨੇ ਬੜੇ ਹੀ ਜਿੱਥੇ ਯੋਗਦਾਨ ਪਾ ਰਹੇ ਹੋ, ਉੱਥੇ ਹੀ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਦੇ ਲਈ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਆਪਾਂ ਨੂੰ ਆਪਣੇ ਪਿੰਡਾਂ ਨੇ ਦਿੱਤੀ ਸੀ, ਉਸ ਨੂੰ ਨਿਭਾਉਂਦੇ ਹੋਇਆ, ਜਿਵੇਂ ਐਮਐਲ ਸਾਹਿਬ ਕੱਲ ਵੀ ਕਹਿ ਕੇ ਹਟੇ ਆ ਕਿ ਉਹ ਕਿਸੇ ਵੀ ਸ਼ਖਸ ਦੇ ਨਾਲ, ਚਾਹੇ ਕੋਈ ਵੀ ਆ, ਜਹਦਰ ਤੋਤਾ ਸਿੰਘ ਜੀ ਹਰੀ ਨੇ, ਚਾਹੇ ਉਹ ਬਰਜਿੰਦਰ ਬਰਾੜ ਹੈ, ਉਹਨਾਂ ਦੇ ਨਾਲ ਵਿਕਾਸ ਦੇ ਪੱਖ ਤੋਂ ਜਦੋਂ ਕਦੇ ਵੀ ਉਹ ਕਹਿਣਗੇ ਉਹ ਬਹਿਸ ਕਰਨ ਲਈ ਤਿਆਰ ਹਨ। ਮੇਰੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਵੀ ਬੈਠੇ ਹਨ, ਇਹਨਾਂ ਨੇ ਤੁਹਾਡੇ ਸਾਹਮਣੇ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਰੱਖਦਾ ਹਾਂ। ਚਲੋ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਤੁਹਾਡਾ ਜਾਣ ਆਉਣ ਦਾ ਬਣਦਾ ਹੈ, ਸ਼ਰਮਾ ਜੀ ਵੀ ਸਾਰੇ ਤੁਸੀਂ ਜਿੰਨੇ ਹੋ। ਜੇ ਤੁਸੀਂ ਅੱਜ ਆਪਾਂ ਦਫ਼ਤਰ ਦੀ ਗੱਲ ਕਰੀਏ, ਜੋ ਪਿਛਲੇ ਸਮੇਂ ਦੇ ਵਿੱਚ ਆਪਣੇ ਬਲਾਕ ਸਮਿਤੀ ਦਾ ਦਫ਼ਤਰ ਦੀ ਜੋ ਨੁਹਾਰ ਬਦਲੀ ਜਾਂ ਦਿੱਖ ਬਦਲੀ ਹੈ, ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਪਿਛਲੇ ਲਗਾਤਾਰ ਪਿਛਲੀ ਸਰਕਾਰ ਦੇ ਵਿੱਚ ਇੱਥੇ ਪ੍ਰੋਗਰਾਮ ਹੁੰਦੇ ਰਹੇ ਨੇ, ਤੁਸੀਂ ਸਾਰੇ ਆਉਂਦੇ ਰਹੇ ਹੋ, ਔਰ ਤੁਹਾਨੂੰ ਉਸ ਸਮੇਂ ਤੇ ਇਸ ਸਮੇਂ ਦਾ ਜਿਹੜਾ ਹੈਗਾ ਅੰਤਰ, ਉਹ ਤੁਹਾਨੂੰ ਪ੍ਰਤਾਪ ਕੇ ਤੋਂ ਸਭ ਤੋਂ ਵੱਡੀ ਮਿਸਾਲ ਆ। ਜੋ ਉਸੇ ਤਹਿਤ ਹੀ ਜੇ ਦਾਣਾ ਮੰਡੀ ਕੋਟੀ ਸੇ ਖਾਂ ਦੀ ਗੱਲ ਕਰੀਏ ਤਾਂ ਉਹਦਾ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ, ਕਿਸ ਤਰ੍ਹਾਂ ਉਹਦੀ ਬਾਉਂਡਰੀ ਵਾਲ ਹੋ ਰਹੀ ਹੈ। ਸੋ ਇਸੇ ਤਰ੍ਹਾਂ ਹੋਰ ਪ੍ਰੋਜੈਕਟ ਵੀ ਲੋਹਗੜ੍ਹ ਸਾਹਿਬ ਦੀ ਅਗਵਾਈ ਦੇ ਵਿੱਚ, ਜੇ ਇੱਥੇ ਗਰੂਟੀ ਰੋਡ ਦੀ ਜਿਹੜੀ ਸੜਕ ਦੀ ਗੱਲ ਕਰੀਏ, ਉਹ ਸਾਰੀਆਂ ਸ਼ਹਿਰ ਦੇ ਵਿੱਚ ਵੀ ਵੱਖ-ਵੱਖ ਇੰਟਰਲੌਕ ਟਾਈਲਾਂ ਦੇ ਜੋ ਪ੍ਰੋਜੈਕਟ ਆਪਣੇ ਸਾਹਮਣੇ ਰੱਖੇ ਨੇ। ਸੋ ਕਹਿਣ ਦਾ ਭਾਵ ਇਹ ਆ ਕਿ ਹਰੇਕ ਪੱਖ ਤੋਂ, ਹਰੇਕ ਉਸ ਇਨਸਾਨ ਤੱਕ ਕੋਸ਼ਿਸ਼ ਹੈ ਐਮਐਲ ਸਾਹਿਬਾਂ ਦੀ ਕਿ ਜਿਨ੍ਹਾਂ ਨੇ ਉਹਨਾਂ ਨੂੰ ਮਾਣ ਬਖਸ਼ਿਆ ਹੈ, ਉਹਨਾਂ ਨੂੰ ਸੇਵਾ ਬਖਸ਼ੀ ਹੈ, ਉਸੇ ਤਹਿਤ ਉਹ ਹਰੇਕ ਕਿਤੇ ਨੂੰ, ਹਰੇਕ ਪੱਖ ਨੂੰ ਛੋਹਦਿਆਂ ਹੋਇਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਔਰ ਵਿਕਾਸ ਨੂੰ, ਆਪਣੇ ਹਲਕੇ ਨੂੰ ਕੱਲਾ ਅਖਬਾਰਾਂ ਦੇ ਵਿੱਚ ਨਹੀਂ ਜਾਂ ਕੋਈ ਗੱਲਾਂ ਬਾਤਾਂ ਦੇ ਨਾਲ ਨਹੀਂ, ਅਮਲੀ ਤੌਰ ਤੇ ਇੱਥੇ ਜਿਹੜਾ ਹੈਗਾ ਵਿਕਾਸ ਉਹ ਦਿਸ ਰਿਹਾ ਸਭ ਨੂੰ। ਸੋ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੱਲੋਂ, ਲੋਹਗੜ੍ਹ ਸਾਹਿਬ ਵੱਲੋਂ ਜੋ ਆਪਣਾ ਇਹ ਸਾਲ ਵਿਕਾਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ, ਸੋ ਆਉਣ ਵਾਲੇ ਸਮੇਂ ਵਿੱਚ ਆਪਣੇ ਪਿੰਡਾਂ ਦੇ ਲਈ ਇਸ ਤੋਂ ਵੀ ਵੱਧ ਚੜ੍ਹ ਕੇ ਲੋਹਗੜ੍ਹ ਸਾਹਿਬ ਵੱਲੋਂ, ਚਾਹੇ ਉਹ ਖੇਡ ਪਾਰਕ ਹੋਣ, ਚਾਹੇ ਸਟੇਡੀਅਮ ਹੋਣ, ਚਾਹੇ ਸਕੂਲਾਂ ਦਾ ਬੜੇ ਵੱਡੇ ਪੱਧਰ ਤੇ ਜਿਹੜਾ ਹੈਗਾ ਬਦਲਾਅ ਹੋ ਰਿਹਾ ਹੈ ਔਰ ਅੱਗੇ ਤੋਂ ਵੀ ਹੋਵੇਗਾ। ਸੋ ਇਹਨਾਂ ਸਾਰਿਆਂ ਦੇ ਲਈ ਮੈਂ ਆਪਣੇ ਵੱਲੋਂ ਧੰਨਵਾਦੀ ਹਾਂ ਲੋਹਗੜ੍ਹ ਸਾਹਿਬਾਂ ਦਾ, ਔਰ ਆਪ ਸਭ ਨੂੰ ਮੁਬਾਰਕਬਾਦ ਦਿੰਦਾ ਕਿ ਅੱਜ ਤੁਹਾਡੇ ਐਮਐਲਏ ਸਾਹਿਬਾਂ ਵੱਲੋਂ ਤੁਹਾਡੇ ਸਾਰੇ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਲਈ
ਜੋ ਇੱਥੇ ਤਕਰੀਬਨ 12-15 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾਣੀ ਹੈ, ਉਹਦੇ ਵਿੱਚ ਤੁਸੀਂ ਸਾਰੇ ਜਣੇ ਆਪਣੇ ਨਗਰਾਂ ਦੇ ਵਿੱਚ ਹੋਰ ਵੱਧ ਚੜ੍ਹ ਕੇ ਉਤਸ਼ਾਹ ਦੇ ਨਾਲ ਕੰਮ ਕਰੋਗੇ ਅਤੇ ਪਿੰਡਾਂ ਦੀ ਹਾਲਤ ਬਦਲਣ ਦੇ ਲਈ ਇੱਕ ਅਹਿਮ ਭੂਮਿਕਾ ਨਿਭਾਓਗੇ। ਇਹਨਾਂ ਕੁਝ ਕਹਿੰਦਾ ਹੋਇਆ ਕਿ ਮਾਤਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਏਗਾ ਜਿਹਦੇ ਚ 2.5 ਕਰੋੜ ਰੁਪਇਆ 14ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਸਕੂਲਾਂ 'ਚ ਖੇਡ ਮੈਦਾਨ, ਪਾਰਕਾਂ ਦੀ ਉਸਾਰੀ, ਆਂਗਣਵਾੜੀ ਸੈਂਟਰ, ਇਸ ਤਰ੍ਹਾਂ ਹੀ ਸੋਕਪਿਟ ਜਾਂ ਜਿਹੜੇ ਟਾਇਲਟਸ ਨੇ ਸਕੂਲਾਂ ਦੇ ਵਿੱਚ ਟਾਇਲਟਸ ਦੀ ਘਾਟ ਹੈ, ਕਿਚਨ ਸ਼ੈੱਡ ਹੈ ਬੱਚਿਆਂ ਲਈ, 4 ਦੀਵਾਰੀਆਂ ਜਿਹੜੇ ਸਕੂਲਾਂ ਦੀਆਂ ਹੋਣ ਵਾਲੀਆਂ ਨੇ, ਤਾਂ ਉਹਨਾਂ ਦੇ ਨਾਲ ਜਿਹੜਾ 1 ਕਰੋੜ 60 ਲੱਖ ਲਗਭਗ ਜਿਹੜਾ 1 ਕਰੋੜ ਤੇ 60 ਲੱਖ ਦੇ ਪ੍ਰੋਜੈਕਟ ਹੈ ਮਨਰੇਗਾ ਦੇ ਵਿੱਚੋਂ, ਤੇ ਜਿਹੜਾ 2.5 ਕਰੋੜ ਰੁਪਇਆ ਇਸ ਤੋਂ ਵੱਖਰੇ ਤੌਰ ਤੇ ਜਿਹੜਾ 14ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਖਰਚਾ ਕੀਤਾ ਜਾਏਗਾ। ਇਸ ਤੋਂ ਵੀ ਇਲਾਵਾ ਜਿਹੜਾ ਆਪਣੇ ਬਲਾਕ ਪੱਧਰ ਤੇ ਸਰਕਾਰ ਵੱਲੋਂ ਮਿੱਥਿਆ ਗਿਆ 5 ਖੇਡ ਮੈਦਾਨ ਜਿਹੜੇ ਬਣਾਏ ਜਾਣੇ ਨੇ, ਜਿਹੜੇ ਕਿ ਆਪ ਜੀ ਨੂੰ ਪਤਾ ਹੀ ਹੈ, ਜਿਹਦੇ ਤਹਿਤ ਤੋਤਾ ਸਿੰਘ ਵਾਲਾ, ਢੋਲੇ ਵਾਲਾ, ਜਨੇਰ, ਬੱਗੇ ਤੇ ਦਾਤਾ ਪਿੰਡ ਜਿਹੜਾ ਇਹ ਪਹਿਲੇ ਪੜਾਅ ਦੇ ਤਹਿਤ ਸਿਲੈਕਟ ਹੋਏ ਨੇ। ਇਹਨਾਂ ਦੇ ਜਿਹੜਾ ਹੈਗਾ 67 ਲੱਖ ਰੁਪਇਆ ਜਿਹੜਾ ਇਹਨਾਂ ਵਾਸਤੇ ਵੱਖਰੇ ਤੌਰ ਤੇ ਖਰਚਾ ਕੀਤਾ ਜਾਏਗਾ। ਤਾਂ ਉਹਦੇ ਵਿੱਚ ਵੀ ਜਿਹੜਾ 14ਵੇਂ ਵਿੱਤ ਕਮਿਸ਼ਨ ਦਾ ਜਿਹੜਾ 40% ਹੈ ਉਹ ਵੱਖਰੇ ਤੌਰ ਤੇ ਜਿਹੜਾ ਪੰਚਾਇਤਾਂ ਨੂੰ, ਇਹਨਾਂ 5 ਪੰਚਾਇਤਾਂ ਨੂੰ ਪਹਿਲੇ ਦੌਰ ਦੇ ਵਿੱਚ ਲੈ ਕੇ ਦਿੱਤਾ ਜਾਏਗਾ। ਇਸ ਤੋਂ ਬਾਅਦ ਹੁਣ ਮੈਂ ਬੇਨਤੀ ਕਰਨਾ ਸਟੇਜ ਤੇ ਬੈਠੇ ਸਾਰੇ ਚੇਅਰਮੈਨ ਸਾਹਿਬ, ਵੱਖ-ਵੱਖ ਅਹੁਦਿਆਂ ਦੇ ਵਿਰਾਜਮਾਨ ਸਰਪੰਚ ਸਾਹਿਬ, ਮੈਂਬਰ ਪੰਚਾਇਤ ਨਾਲ ਪਹੁੰਚੇ ਆ, ਸਾਰੇ ਪੰਚਾਇਤਾਂ ਦੇ ਨਾਲ, ਸਰਪੰਚਾਂ ਦੇ ਨਾਲ, ਮੈਂਬਰ ਪੰਚਾਇਤ, ਸਾਡੇ ਪ੍ਰੈਸ ਰਿਪੋਰਟਰ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਅੱਜ ਸੁਭਾਗਾ ਦੇਣਾ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਪਵਿੱਤਰ ਦਿਹਾੜੇ ਤੇ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਇਹ ਪਵਿੱਤਰ ਦਿਹਾੜਾ ਜਿਹੜਾ ਆਉਣ ਵਾਲਾ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਅੱਜ ਜਿਹੜਾ 12.5 ਕਰੋੜ ਰੁਪਏ ਦੇ ਚੈੱਕ ਜਿਹੜੇ ਤੁਹਾਨੂੰ ਪੰਚਾਇਤਾਂ ਨੂੰ ਤਕਸੀਮ ਕੀਤੇ ਜਾਣੇ ਆ, ਇਸ ਤੋਂ ਪਹਿਲਾਂ ਵੀ ਬਹੁਤ ਜਿਹੜੇ ਆ ਉਹ ਗੱਫੇ ਮਿਲ ਚੁੱਕੇ ਆ। ਸਾਡੇ ਸਤਿਕਾਰਯੋਗ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਰਦਾਰ ਤ੍ਰਿਜਿੰਦਰ ਸਿੰਘ ਜੀ ਬਾਜਵਾ ਸਾਹਿਬ, ਉਹਨਾਂ ਵੱਲੋਂ ਸਾਨੂੰ ਪੂਰੀਆਂ ਹਦਾਇਤਾਂ ਕਿ ਖਾਸ ਕਰਕੇ ਪਿੰਡਾਂ ਦਾ ਵਿਕਾਸ ਜਿਹੜਾ ਵੱਧ ਤੋਂ ਵੱਧ ਕੀਤਾ ਜਾਵੇ। ਉਹਦੇ 'ਚ ਕੋਈ ਕਸਰ ਬਾਕੀ ਨਹੀਂ ਰਹੀ। ਜਦੋਂ ਤੋਂ ਸਰਕਾਰ ਬਣੀ ਆ, ਪਿੰਡਾਂ ਦਾ ਵਿਕਾਸ ਤੁਸੀਂ ਜਿਹੜਾ ਬਹੁਤ ਹੀ ਇੱਕ ਵਧੀਆ ਢੰਗ ਦੇ ਨਾਲ ਕਰ ਰਹੇ ਆ। ਪਰ ਉਸ ਦੇ ਨਾਲ ਨਾਲ ਅੱਜ ਜਿਹੜਾ ਆਪਾਂ ਨੂੰ ਪਤਾ ਵੀ ਜਿੱਥੇ ਪਿੰਡਾਂ ਦੀ ਬਿਹਤਰੀ ਹੋ ਕਰਨੀ ਆ, ਵਿਕਾਸ ਦੇ ਕੰਮ ਕਰਨੇ ਆ, ਇੱਕ ਸਕੂਲਾਂ ਦਾ ਵੀ ਸਾਨੂੰ ਜਿਹੜਾ ਮਿਆਰ ਉੱਚਾ ਚੱਕਣ ਦੀ ਲੋੜ ਆ। ਪਰ ਮੈਂ ਕਹਿੰਦਾ ਵੀ ਇਹ ਕੋਈ ਗੱਲ ਲੁਕੀ ਛਿਪੀ ਨਹੀਂ ਕਿਸੇ ਤੋਂ। ਤੁਸੀਂ ਆਪ ਹੀ ਦੇਖ ਸਕਦੇ ਹੋ ਵੀ 4 ਸਾਲ ਦੇ ਕਰੀਬ ਸਰਕਾਰ ਬਣੀ ਨੂੰ ਹੋਏ ਆ, ਵੀ ਸਕੂਲਾਂ ਦਾ ਜਿਹੜਾ ਪੱਧਰ ਕਿੰਨਾ ਉੱਚਾ ਗਿਆ, ਕਿਸ ਤਰ੍ਹਾਂ ਦੀਆਂ ਬਿਲਡਿੰਗਾਂ ਬਣੀਆਂ ਤੇ ਕਿਸ ਤਰ੍ਹਾਂ ਦੀ ਸਫਾਈ ਜਿਹੜੀ ਸਕੂਲਾਂ ਨੂੰ ਮਿਲਦੀ ਆ ਤੇ ਕਿਸ ਤਰ੍ਹਾਂ ਦੀ ਜਿਹੜੀ ਪੜ੍ਹਾਈ ਹੈਗੀ ਆ ਉਹ ਸਰਕਾਰੀ ਸਕੂਲਾਂ ਦੇ ਵਿੱਚ ਹੋ ਰਹੀ ਆ। ਕਈ ਵਾਰ ਸਰਕਾਰੀ ਸਕੂਲਾਂ ਵਿੱਚ ਜਾਣ ਦਾ ਮੌਕਾ ਮਿਲਿਆ, ਪਰ ਉੱਥੇ ਜਾ ਕੇ ਜਦੋਂ ਦੇਖੀਦਾ ਬੜੀ ਮੈਰਿਟ ਲੈ ਕੇ ਬੱਚੇ ਜਿਹੜੇ ਆ ਉਹ ਪਾਸ ਹੋ ਰਹੇ ਆ। ਕਿਸੇ ਦੇ 99%, ਕਿਸੇ ਦੇ 95%, ਕਿਸੇ ਦੇ 96%। ਬਹੁਤ ਵਧੀਆ ਪੜ੍ਹਾਈ ਆ। ਇਹ ਵੀ ਮੈਂ ਸਾਡੇ ਸਿੱਖਿਆ ਵਿਭਾਗ ਨੂੰ, ਸਕੱਤਰ ਸਾਹਿਬ ਨੂੰ, ਸਾਡੇ ਸਿੱਖਿਆ ਮੰਤਰੀ ਸਾਹਿਬ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਸ ਗੱਲ ਦੀ। ਇਸ ਦੇ ਨਾਲ ਹੀ ਜਿਹੜਾ ਅੱਜ ਚੈੱਕ ਵੇਰ ਤਕਸੀਮ ਹੋਣੇ ਆ ਤੇ ਤੁਸੀਂ ਵੀ ਜਿਹੜਾ ਕਿ ਕੰਮ ਬਹੁਤ ਵਧੀਆ ਕਰੀ ਜਾਂਦੀ ਆ।
ਛੱਪੜਾਂ ਦਾ ਕੰਮ ਖਾਸ ਕਰਕੇ ਜਿਹੜਾ ਕਈ ਵਾਰ ਕੀ ਹੁੰਦਾ ਹੈਗਾ, ਆਪਾਂ ਜਿਹੜਾ ਗਲੀਆਂ ਨਾਲੀਆਂ ਬਣ ਜਾਂਦੀਆਂ ਉੱਥੇ ਇੰਟਰਲੋਕ ਲੱਗ ਜਾਂਦੀ ਆ, ਪਰ ਪਾਣੀ ਦਾ ਕੰਮ ਪ੍ਰਬੰਧ ਕੋਈ ਨਹੀਂ ਹੁੰਦਾ ਵੀ ਪਾਣੀ ਕਿੱਥੇ ਜਾਣਾ। ਸਾਨੂੰ ਸਾਰਿਆਂ ਨੂੰ ਪਹਿਲਾਂ ਇਹ ਸੋਚਣ ਦੀ ਲੋੜ ਆ, ਛੱਪੜਾਂ ਦੀ ਸਫਾਈ ਜਿਹੜੀ ਆ, ਛੱਪੜ ਬਣਨ ਵਧੀਆ ਤੇ ਛੱਪੜਾਂ ਦੇ ਵਿੱਚ ਜਿਹੜਾ ਉਹ ਪਾਣੀ ਜਾਵੇ, ਤਾਂ ਕਿ ਜਿਹੜਾ ਪਿੰਡਾਂ ਦੇ ਵਿੱਚ ਕਿਤੇ ਪਾਣੀ ਨਾਲੀਆਂ ਦੇ ਵਿੱਚ ਕਿਤੇ ਪਾਈਪਲਾਈਨ ਦੇ ਵਿੱਚ ਕਿਤੇ ਖੜਾ ਨਾ ਹੋਵੇ, ਜਿਹਦੇ ਤੋਂ ਮੱਛਰ ਦੇ ਹੋਰ ਭਿਆਨਕ ਬਿਮਾਰੀਆਂ ਜਿਹੜੀਆਂ ਮੱਛਰ ਤੋਂ ਜਾਨਵਰ ਜਿਹੜੇ ਪੈਦਾ ਹੁੰਦੇ ਤੇ ਸਾਡੇ ਭਿਆਨਕ ਬਿਮਾਰੀਆਂ, ਕੋਈ ਤਾਪ ਦਾ ਕੋਈ ਹੋਰ, ਤੇ ਉਹਦੇ ਤੋਂ ਪੈਦਾ ਹੁੰਦੀਆਂ ਹੈ, ਉਹਦੇ ਤੋਂ ਬਚਿਆ ਜਾ ਸਕੇ। ਤੇ ਅੱਜ ਜਿਹੜਾ ਹੁਣ ਬੜਾ ਸੁਨਹਿਰੀ ਮੌਕਾ ਤੇ ਤੁਹਾਨੂੰ ਹੁਣ ਤਕਸੀਮ ਕਰ ਦੇਣੇ ਆ, ਤੇ ਨਾਲ ਹੀ ਜਿਹੜਾ ਇੱਕ ਮੈਂ ਹੋਰ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ, ਸਾਰੇ ਇੱਥੇ ਮੁਲਾਜ਼ਮ ਵੀ ਬੈਠੇ ਆ, ਸੈਕਟਰੀ ਵੀ ਬੈਠੇ ਆ, ਸਾਰੇ ਸਰਪੰਚ ਵੀ ਬੈਠੇ ਆ, ਪੰਚਾਇਤ ਮੈਂਬਰ ਸਾਰੇ ਨਾਲ ਆਏ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿਹੜੇ ਜੂਸੀ ਆ ਇਹ ਕਢਾਉਣੇ ਬਹੁਤ ਜ਼ਰੂਰੀ। ਦੇਖੋ ਉਹਦੇ ਵਿੱਚ ਆਪਾਂ ਕਿੰਨੀ ਲਾਪਰਵਾਹੀ ਕਰੀ ਜਾਈਏ, ਜਿੰਨਾ ਚਿਰ ਕੋਈ ਆਪਾਂ ਘਰ ਦਾ ਕੰਮ ਕਰਦੇ ਆ, ਖਰਚਾ ਕਰਦੇ ਆ, ਉਹਦੇ ਘਰ ਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾਗਾ, ਉਹ ਘਰ ਕਾਮਯਾਬ ਨਹੀਂ ਹੋ ਸਕਦਾ। ਜੇ ਉਹਨੂੰ ਪਤਾ ਹੀ ਨਹੀਂ ਵੀ ਮੇਰੀ ਕੀ ਆਮਦਨ ਹੋਈ ਆ ਤੇ ਕੀ ਮੇਰਾ ਖਰਚ ਹੋਇਆ, ਉਹ ਘਰ ਨਹੀਂ ਸਿਰੇ ਲੱਗਦਾਗਾ, ਉਹ ਪੂਰਾ ਨਹੀਂ ਕਰ ਸਕਦਾ। ਇਸੇ ਤਰ੍ਹਾਂ ਪੰਚਾਇਤ ਦਾ ਕੰਮ ਆ ਜਿਹੜਾ, ਉਹ ਵੀ ਇੱਕ ਉਸੇ ਢੰਗ ਦੇ ਨਾਲ ਕੀਤਾ ਜਾਵੇ ਵੀ ਇਹ ਸਾਨੂੰ ਕਿੰਨਾ ਪੈਸਾ ਆਇਆ, ਕਿੰਨਾ ਅਸੀਂ ਖਰਚ ਕੀਤਾ। ਜਿੰਨਾ ਪੈਸਾ ਆਉਂਦਾ ਕਈ ਵਾਰ ਮੈਂ ਦੇਖਦਾ ਹੈਗਾ, ਆਹ ਸਕੂਲਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਦੋ ਕਮਰਿਆਂ ਦੀਆਂ ਜੋ ਗ੍ਰਾਂਟਾਂ ਹੁੰਦੀਆਂ ਅਸੀਂ ਚੈੱਕ ਦੇ ਕੇ ਆਏ ਆ, ਪਰ ਉਹਦੇ ਨਾਲ 3-3 ਕਮਰੇ ਵੀ ਬਣ ਗਏ। ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਇਹ ਜਿਹੜੇ ਆ ਨਾਲ ਦੀ ਨਾਲ ਜਿਹੜਾ ਹੈਗਾ, ਉਹ ਜਿਵੇਂ ਕਹਿੰਦੇ ਹੁੰਦੇ ਆ ਸਫਾਈ ਰੱਖੀਏ ਆ, ਤੇ ਬਾਰ-ਬੂਰ ਜਿਹੜਾ ਪਹਿਲਾਂ ਮੈਂ ਦੇਖਦਾ ਹੁੰਦਾ ਕਈ ਵਾਰ ਜੋ ਕੋਈ ਆਪਣਾ ਬਾਹਰ ਸਵਾਰ ਲੈਂਦਾ ਨਾ, ਆਪਣੇ ਘਰ ਦੇ ਕੋਈ ਸਵਾਰਿਆ ਜਾਵੇ ਤੇ ਸਾਰਾ ਪਿੰਡ ਸਵਾਰਿਆ ਜਾਂਦਾ। ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਆਪਾਂ ਇਹਨੂੰ ਜ਼ਰੂਰ ਵਧੀਆ ਢੰਗ ਦੇ ਨਾਲ ਜਿਹੜੇ ਹੈਗੇ ਆ, ਪੈਸਾ ਸਰਕਾਰ ਦਾ ਮਿਲਦਾ, ਇਹਨੂੰ ਆਪਾਂ ਉਸ ਹਿਸਾਬ ਦੇ ਨਾਲ ਖਰਚ ਕਰੀਏ ਜਿਸ ਹਿਸਾਬ ਦੇ ਨਾਲ ਆਪਾਂ ਉਹਦੇ ਪਰਿਵਾਰ ਦੇ ਵਿੱਚ ਆਪਦੇ ਜਿਹੜੇ ਘਰ ਚੋਂ ਖਰਚ ਕਰਦੇ ਆ, ਉਹਨੂੰ ਕਰਕੇ ਖਰਚ ਇੱਕ ਵਧੀਆ ਢੰਗ ਦੇ ਨਾਲ ਜਿਹੜੇ ਉਹਦੇ ਜੂਸੀ ਕਢਾਓ। ਜੂਸੀ ਕਢਾ ਕੇ ਤੁਹਾਡਾ ਰਿਕਾਰਡ ਜਿਹੜਾ ਮੁਕੰਮਲ ਹੋਵੇ, ਉਹਦੇ 'ਚ ਤੁਹਾਡਾ ਵੀ ਭਲਾ, ਸਾਰਿਆਂ ਦਾ ਭਲਾ ਹੈਗਾ, ਤੇ ਨਾਲੇ ਉਹਦੇ 'ਚ ਆਪਾਂ ਇਹ ਦੱਸ ਸਕਦੇ ਹਾਂ ਸਾਰਾ ਪਿੱਛੇ ਜਦੋਂ ਉੱਥੇ ਜੂਸੀ ਜਾਣਗੇ, ਫਿਰ ਪਿੱਛੇ ਜਿਹੜੇ ਦਫ਼ਤਰਾਂ 'ਚ ਪਤਾ ਲੱਗੂਗਾ ਵੀ ਇਹ ਹਲਕੇ ਦੇ ਵਿੱਚ ਇੰਨਾ ਪੈਸਾ ਗਿਆ ਸੀ, ਇੰਨਾ ਸਰਪੰਚਾਂ ਨੇ ਖਰਚ ਕੀਤਾ, ਆਹ ਜੂਸੀ ਜਿਹੜੇ ਉਹਨਾਂ ਦੇ ਪਹੁੰਚ ਗਏ ਆ, ਸਾਰਾ ਉਹਨਾਂ ਨੇ ਵਧੀਆ ਢੰਗ ਨਾਲ ਖਰਚ ਕੀਤਾ, ਤੇ ਮੇਰਾ ਖਿਆਲ ਹੈ ਫਿਰ ਪੈਸਾ ਜਿਹੜਾ ਬੜੀਆ ਮਿਲਦਾ ਰਹਿੰਦਾ ਤੇ ਆਉਂਦਾ ਰਹਿੰਦਾ। ਤੇ ਮੈਂ ਤੁਹਾਨੂੰ ਇਹ ਸਾਰਿਆਂ ਨੂੰ ਅੱਜ ਫੇਰ ਦੁਬਾਰਾ ਵਧਾਈ ਦੇਣਾ, ਤੇ ਹੁਣ ਜਿਹੜਾ ਹੈਗਾ ਚੈੱਕ ਜਿਹੜੇ ਤੁਹਾਨੂੰ ਦਿੰਦੇ ਆ, ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ, ਇਹ ਗੁਰੂ ਮਹਾਰਾਜ ਕਿਰਪਾ ਕਰਨ, ਇਹ ਆ ਸੁਭਾਗੇ ਦਿਨ ਤੇ ਇਸੇ ਤਰ੍ਹਾਂ ਸਾਡੀਆਂ ਪੰਚਾਇਤਾਂ, ਸਾਡਾ ਹਲਕਾ ਇੱਕ ਵਧੀਆ ਢੰਗ ਦੇ ਨਾਲ ਕੰਮ ਕਰੇ, ਇਹ ਇਸੇ ਤਰ੍ਹਾਂ ਜਿਹੜੇ ਹੈਗੇ ਆ ਇਹਨਾਂ ਨੂੰ ਜਿਹੜੇ ਗੱਫੇ ਮਿਲਦੇ ਰਹਿਣ। ਫਿਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਾਰਿਆਂ ਦੇ ਬਹੁਤ ਸਤਿਕਾਰਯੋਗ ਐਮਐਲਏ ਸਾਹਿਬ ਭਾਈ ਸੁਰਜੀਤ ਸਿੰਘ ਜੀ ਕਾਕਾ ਰੋਗੜ ਜੀ, ਸਾਡੇ ਬਲਾਕ ਦੇ ਪੰਚਾਇਤ ਅਫਸਰ ਸੋਢੀ ਸਾਹਿਬ, ਕੁਲਬੀਰ ਸਿੰਘ ਜੀ ਨੌਂਗੀਵਿੰਡ ਚੇਅਰਮੈਨ ਸਾਹਿਬ, ਮਨਾਵਾ ਸਾਹਿਬ ਚੇਅਰਮੈਨ ਸਾਹਿਬ, ਸ਼ਿਵਾਜ ਭੁੱਲਾ ਜੀ ਸਾਡੇ ਚੇਅਰਮੈਨ ਸਾਹਿਬ, ਪ੍ਰਿਤਪਾਲ ਚੀਮਾ ਜੀ ਚੇਅਰਮੈਨ ਸਾਹਿਬ, ਸਾਡੇ ਬਿੱਟੂ ਵਿਜਾਪੁਰ ਜੀ ਪ੍ਰਧਾਨ ਜੀ, ਤੇ ਆਏ ਹੋਏ ਸਾਰੇ ਪੰਜ ਸਰਪੰਚ, ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੂੰ ਪਤਾ ਹੈ ਕਿ ਜਦੋਂ ਦੀ ਕਾਂਗਰਸ ਦੀ ਸਰਕਾਰ ਬਣੀ ਹੈ, ਪਹਿਲਾਂ ਕੀ ਹਾਲਾਤ ਸੀਗੇ, ਜਦੋਂ ਸਰਕਾਰ ਬਣੀ ਹੈ ਤੇ ਪਹਿਲੀ ਸਰਕਾਰ ਨੇ ਕੀ ਹਾਲਾਤ ਬਣਾ ਕੇ ਰੱਖਦੇ ਸੀ ਪੰਜਾਬ ਦੇ, ਵੀ ਉਹਨਾਂ ਨੂੰ ਸਟੇਬਲ ਕਰਦੇ ਹੀ 5 ਸਾਲ ਲੱਗ ਸਕਦੇ ਸੀ ਜੇ ਜਿਹੋ ਜਿਹੇ ਹਾਲਾਤ ਸੀਗੇ। ਪਰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਸਾਰੀ ਟੀਮ ਨੇ, ਜਿਨ੍ਹਾਂ ਨੇ ਸਾਡੇ
ਐਮਐਲਏ ਸਾਹਿਬ ਵੀ ਆਉਂਦੇ ਆ, ਉਹਨਾਂ ਨੇ ਬੜੀ ਛੇਤੀ ਉਹਨੂੰ ਕਵਰ ਕਰਕੇ ਪਿੰਡਾਂ ਦੇ ਵਿੱਚ ਗ੍ਰਾਂਟਾਂ ਦੇਣੀਆਂ ਸ਼ੁਰੂ ਕੀਤੀਆਂ, ਸ਼ਹਿਰਾਂ ਦੇ ਵਿਕਾਸ ਕਰਨੇ ਸ਼ੁਰੂ ਕੀਤੇ। ਪਰ ਫਿਰ ਕੁਝ ਹਾਲਾਤ ਇਹੋ ਜਿਹੇ ਬਣ ਗਏ, ਪਿਛਲੇ ਸਾਲ ਆਪਾਂ ਨੂੰ ਪਤਾ ਹੀ ਹੈ ਲਾਕਡਾਊਨ ਹੋ ਗਏ ਕੋਵਿਡ ਦੀ ਬਿਮਾਰੀ ਦੇ ਕਰਕੇ। ਫਿਰ ਉਦੋਂ ਹਾਲਾਤ ਇਹੋ ਜਿਹੇ ਬਣ ਗਏ ਸੀ ਵੀ ਹੋ ਸਕਦਾ ਸੀ ਵੀ ਆਪਾਂ ਨੂੰ ਪਿੰਡਾਂ ਦੇ ਵਿੱਚ ਹੁਣ ਕੋਈ ਗ੍ਰਾਂਟ ਵਗੈਰਾ ਨਾ ਮਿਲੇ, ਵੀ ਇੰਨਾ ਖਲਾਅ ਪੈਦਾ ਹੋ ਗਿਆ ਸੀਗਾ ਵਿਕਾਸ ਦੇ ਵਿੱਚ। ਪਰ ਫਿਰ ਅਸੀਂ ਬੜਾ ਸ਼ੁਕਰੀਆ ਅਦਾ ਕਰਦੇ ਹਾਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦਾ।